ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਬੀਸੀ ਦੇ ਖੋਰ ਰਿਹਾਇਸ਼ੀ ਸਕੂਲ ਚੋਂ ਮਿਲੀਆਂ 160 ਨਿਸ਼ਾਨ ਰਹਿਤ ਕਬਰਾਂ। ਫਸਟ ਨੇਸ਼ਨ ਦੇ ਵੱਲੋਂ ਦਿੱਤੀ ਗਈ ਜਾਣਕਾਰੀ। ਮਾਊਂਟੇਨਸ ਮੁਤਾਬਕ ਕਲੋਨਾ ਕ੍ਰੇਨ ਹਾਦਸੇ ਦੇ ਵਿੱਚ 4 ਵਿਅਕਤੀਆਂ ਦੀ ਮੌਤ ਹੋਣ ਦੀ ਜਾਣਕਾਰੀ। ਇੱਕ ਹੋਰ ਵਿਅਕਤੀ ਦੀ ਮੌਤ ਹੋਣ ਦੀ ਹੁਣੇ ਆਈ ਖਬਰ। ਹਾਦਸੇ ਦੇ ਕਾਰਨ ਜਾਣਨ ਦੇ ਵਿੱਚ ਜੁਟੀ ਜਾਂਚ ਟੀਮ। ਕੰਟਰੈਕਟ ਵਿਆਹਾਂ ਦੇ ਉੱਤੇ ਇੰਟਰਨੈਸ਼ਨਲ ਵਿਦਿਆਰਥੀਆਂ ਨੇ ਰੱਖਿਆ ਆਪਣਾ ਪੱਖ। ਕਿਹਾ ਸਾਰੇ ਮੁੰਡੇ ਕੁੜੀਆਂ ਇੱਕੋ ਜਿਹੇ ਨਹੀਂ। ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਅਹਿਮ ਖਬਰ, ਬੀਸੀ ਦੇ ਇੱਕ ਹੋਰ ਸਕੂਲ ਦੀ ਸਾਈਟ ਤੋਂ ਨਿਸ਼ਾਨ ਰਹਿਤ ਕਬਰਾਂ ਮਿਲੀਆਂ ਨੇ। ਜੀ ਹਾਂ, ਇਹ ਕੋਪਰ ਆਈਲੈਂਡ ਤੋਂ ਕਬਰਾਂ ਮਿਲੀਆਂ ਨੇ। 160 ਅਨਮਾਰਕਡ ਕਬਰਾਂ ਦੀ ਹੁਣ ਫਿਰ ਤੋਂ ਖੋਜ ਕੀਤੀ ਗਈ ਹੈ। ਜਿਵੇਂ ਜਿਵੇਂ ਖੋਜਾਂ ਹੋ ਰਹੀਆਂ ਨੇ ਉਵੇਂ ਅਨਮਾਰਕਡ ਕਬਰਾਂ ਦੀ ਗਿਣਤੀ ਵਧ ਰਹੀ ਹੈ। ਅਜੇ ਹੋਰ ਕਈ ਸਾਈਟਾਂ ਤੇ ਖੋਜ ਚੱਲ ਰਹੀ ਹੈ। ਇਹ ਅਜੇ ਨਹੀਂ ਪਤਾ ਕਿ ਕੀ ਇਹਨਾਂ ਕਬਰਾਂ ਦੇ ਵਿੱਚ ਬੱਚੇ ਹੀ ਨੇ ਜਾਂ ਕੋਈ ਹੋਰ ਲੋਕ ਵੀ ਹੋ ਸਕਦੇ ਨੇ। ਫਿਲਹਾਲ ਇਹ ਸੱਚ ਵੀ ਜਲਦੀ ਸਾਹਮਣੇ ਆਵੇਗਾ। ਉਦੋਂ ਤੱਕ ਇੰਤਜ਼ਾਰ ਹੈ ਕਿ ਜਦੋਂ ਮੂਲ ਵਾਸੀਆਂ ਦਾ ਵਫਦ ਪੌਪ ਨੂੰ ਮਿਲੇਗਾ ਤਾਂ ਉਸ ਗੱਲਬਾਤ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ। ਦੇ ਵਿੱਚ ਲਗਾਤਾਰ ਨਿਸ਼ਾਨ ਰਹਿਤ ਕਬਰਾਂ ਮਿਲ ਰਹੀਆਂ ਨੇ। ਫਸਟ ਨੇਸ਼ਨ ਵੱਲੋਂ ਹੁਣ ਬੀਸੀ ਦੇ ਵਿੱਚ 160 ਤੋਂ ਵੱਧ ਨਿਸ਼ਾਨ ਰਹਿਤ ਕਬਰਾਂ ਰਿਹਾਇਸ਼ੀ ਸਕੂਲ ਸਾਈਟ ਤੋਂ ਮਿਲੀਆਂ ਨੇ। ਇਸ ਤੇ ਵੈਨਕੂਵਰ ਆਈਲੈਂਡ ਦੇ ਨੇੜੇ ਉਹਨਾਂ ਦੇ ਖੇਤਰ ਤੇ ਇੱਕ ਸਾਬਕਾ ਰਿਹਾਇਸ਼ੀ ਸਕੂਲ ਦੀ ਜਗ੍ਹਾ ਤੇ 160 ਤੋਂ ਵੱਧ ਨਿਸ਼ਾਨ ਰਹਿਤ ਕਬਰਾਂ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ। ਕੂਪਰ ਆਈਲੈਂਡ ਇੰਡੀਅਨ ਰਿਹਾਇਸ਼ੀ ਸਕੂਲ ਦੱਖਣੀ ਖਾੜੀ ਆਈਲੈਂਡਸ ਦੇ ਵਿੱਚ ਕੈਮਾਈਨਸ ਤੱਟ ਨੇੜੇ ਸਥਿਤ ਹੈ। ਸਨ 1899 ਤੇ 1975 ਦੇ ਵਿਚਕਾਰ ਇਹ ਚਲਾਇਆ ਗਿਆ ਅਤੇ ਫੈਡਰਲ ਸਰਕਾਰ ਤੇ ਰੋਮਨ ਕੈਥੋਲਿਕ ਚਰਚ ਦੁਆਰਾ ਇਹ ਚਲਾਇਆ ਜਾ ਰਿਹਾ ਸੀ। ਇਹ ਇਮਾਰਤ 1980 ਦੇ ਦਹਾਕੇ ਵਿੱਚ ਢਾਈ ਗਈ ਸੀ ਤੇ ਕੂਪਰ ਆਈਲੈਂਡ ਨੂੰ 2010 ਦੇ ਵਿੱਚ ਪੈਨੀਏ ਲੋਕੇਟ ਨਾਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਅਸੀਂ ਸਮਝਦੇ ਹਾਂ ਕਿ ਗੁਆਂਢੀ ਭਾਈਚਾਰਿਆਂ ਦੇ ਬਹੁਤ ਸਾਰੇ ਭੈਣ ਭਰਾ ਕੂਪਰ ਆਈਲੈਂਡ ਇੰਡਸਟਰੀਅਲ ਸਕੂਲ ਦੇ ਵਿੱਚ ਪੜ੍ਹੇ, ਪਰ ਬਹੁਤ ਸਾਰੇ ਕਰ ਨਹੀਂ ਪਰਤੇ। ਨਸਲਕੁਸ਼ੀ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਕਾਰਵਾਈਆਂ ਨੂੰ ਪਾਰ ਕਰਨਾ ਸੰਭਵ ਹੈ। ਚੀਫ ਜੌਨ ਬਰਾਊਨ ਨੇ ਕਿਹਾ ਹੈ ਕਿ ਅਸੀਂ ਸਮੇਂ ਦੇ ਇੱਕ ਹੋਰ ਬਿੰਦੂ ਤੇ ਹਾਂ ਜਿੱਥੇ ਸਾਨੂੰ ਨਸਲਕੁਸ਼ੀ ਦੀਆਂ ਇਹਨਾਂ ਹਰਕਤਾਂ ਕਰਕੇ ਸਦਮੇ ਦਾ ਸਾਹਮਣਾ ਕਰਨਾ ਪਏਗਾ। ਸੰਸਥਾ ਨੂੰ ਕੈਨੇਡਾਸ ਕੈਂਟਰੇਜ਼ ਵਜੋਂ ਜਾਣਿਆ ਜਾਂਦਾ ਸੀ। ਇਸ ਦੇ ਰਿਮੋਟ ਟਿਕਾਣੇ ਕਾਰਨ ਤੇ ਬੱਚਿਆਂ ਦੇ ਦਸਤਾਵੇਜ਼ੀ ਕੇਸਾਂ ਕਾਰਨ ਜੋ ਬਚਣ ਦੀ ਕੋਸ਼ਿਸ਼ ਦੇ ਵਿੱਚ ਮਰ ਗਏ, ABC ਦੀਆਂ ਹੋਰ ਥਾਵਾਂ ਤੇ ਸਸਕੈਚੁਅਨ ਦੀਆਂ ਖੋਜਾਂ ਤੋਂ ਬਾਅਦ ਸਾਹਮਣੇ ਆਇਆ। ਮਈ ਦੇ ਵਿੱਚ ਫਸਟ ਨੇਸ਼ਨ ਤੇ ਰਡਾਰ ਦੀ ਮਦਦ ਦੇ ਨਾਲ ਕੈਮਲੂਪਸ ਦੇ ਰਿਹਾਇਸ਼ੀ ਸਕੂਲ ਦੇ ਵਿੱਚ 215 ਬੱਚਿਆਂ, ਜਿਨ੍ਹਾਂ ਵਿੱਚੋਂ ਕੁਝ 3 ਸਾਲ ਦੇ ਛੋਟੇ ਬੱਚੇ ਸਨ, ਦੀ ਖੋਜ ਕੀਤੀ, ਜਿਸ ਤੋਂ ਬਾਅਦ ਹੋਰ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਖੋਜ ਕਰਨ ਦੀ ਮੰਗ ਉੱਠੀ। 1 ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਕਾਊਸਿਸ ਫਸਟ ਨੇਸ਼ਨ ਨੇ ਪੁਸ਼ਟੀ ਕੀਤੀ ਕਿ ਸਸਕੈਚੁਅਨ ਦੇ ਵਿੱਚ ਸਾਬਕਾ ਮੈਰੀਵੈਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਮੈਦਾਨ ਦੇ ਵਿੱਚ 751 ਅਨਮਾਰਕਡ ਕਬਰਾਂ ਮਿਲੀਆਂ। ਬਾਅਦ ਵਿੱਚ ਕ੍ਰੈਨਬਰੁਕ ਦੇ ਨੇੜੇ ਨਿਸ਼ਾਨ ਰਹਿਤ ਕਬਰਾਂ ਮਿਲੀਆਂ। ਰੋਮਨ ਕੈਥੋਲਿਕ ਚਰਚ ਨੇ ਉਸ ਪ੍ਰਣਾਲੀ ਦੇ ਵਿੱਚ ਆਪਣੀ ਭੂਮਿਕਾ ਲਈ ਮੁਆਫੀ ਮੰਗਣ ਲਈ ਕਿਹਾ, ਜਿਸ ਨੇ 1,50,000 ਫਸਟ ਨੇਸ਼ਨ ਇਨਿਊਟ ਤੇ ਮੈਟਿਸ ਬੱਚਿਆਂ ਨੂੰ ਆਪਣੇ ਪਰਿਵਾਰਾਂ ਵਿੱਚੋਂ ਲਿਆ ਕੇ ਉਹਨਾਂ ਹਾਲਾਤਾਂ ਦੇ ਵਿੱਚ ਸੀਮਿਤ ਕੀਤਾ ਜਿਸ ਦੇ ਵਿੱਚ ਸੱਭਿਆਚਾਰਕ ਨਸਲਕੁਸ਼ੀ ਕੀਤੀ ਗਈ ਸੀ। ਕਮਿਸ਼ਨ ਨੇ ਲਿਖਿਆ ਕਿ ਅਸੀਂ ਪੌਪ ਨੂੰ ਬਾਕੀ ਬਚੇ ਫਿਰਕਿਆਂ ਤੇ ਭਾਈਚਾਰਿਆਂ ਤੋਂ ਮਾਫੀ ਮੰਗਣ ਲਈ ਕਿਹਾ। 2018 ਦੇ ਵਿੱਚ ਪੌਪ ਫ੍ਰਾਂਸਿਸ ਨੇ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਟਰੂਡੋ ਦੀ ਰਸਮੀ ਬੇਨਤੀ ਤੇ ਬਚੇ ਹੋਏ ਲੋਕਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਬੇਨਤੀ ਦੇ ਬਾਵਜੂਦ ਮਾਫੀ ਨਹੀਂ ਮੰਗਣਗੇ। ਕੈਥੋਲਿਕ ਬਿਸ਼ਪ ਦੀ ਕੈਨੇਡੀਅਨ ਕਾਨਫਰੰਸ ਨੇ ਕਿਹਾ ਕਿ ਜਦੋਂ ਪੌਪ ਨੇ ਕਮਿਸ਼ਨ ਦੀਆਂ ਖੋਜਾਂ ਨੂੰ ਸਵੀਕਾਰ ਕੀਤਾ ਤੇ ਪਿਛਲੀਆਂ ਗਲਤੀਆਂ ਲਈ ਅਫਸੋਸ ਜ਼ਾਹਰ ਕੀਤਾ ਹੈ, ਉਹ ਮਹਿਸੂਸ ਕਰਦੇ ਨੇ ਕਿ ਉਹ ਵਿਅਕਤੀਗਤ ਤੌਰ ਤੇ ਜਵਾਬ ਨਹੀਂ ਦੇ ਸਕਦੇ। 6 ਜੂਨ ਨੂੰ ਕੈਮਲੂਪਸ ਨੇਸ਼ਨ ਦੇ ਐਲਾਨ ਤੋਂ 1 ਹਫ਼ਤੇ ਬਾਅਦ ਪੌਪ ਫ੍ਰਾਂਸਿਸ ਨੇ ਇੱਕ ਬਿਆਨ ਦਿੱਤਾ। ਉਹਨਾਂ ਕਿਹਾ ਕਿ ਉਹ ਅਨਮਾਰਕਡ ਕਬਰਾਂ ਤੋਂ ਉਦਾਸ ਨੇ। ਉਹਨਾਂ ਕਿਹਾ ਕਿ ਹੈਰਾਨ ਕਰਨ ਵਾਲੀ ਖੋਜ ਕੈਨੇਡੀਅਨ ਧਾਰਮਿਕ ਰਾਜਨੀਤਿਕ ਅਧਿਕਾਰੀਆਂ ਵਿਚਾਲੇ ਸਮਝੌਤੇ ਲਈ ਕੰਮ ਕਰਦੇ ਰਹਿਣ ਦੀ ਮੰਗ ਹੈ। ਇਹ ਉਦਾਸ ਕਰਨ ਵਾਲੀ ਪਿਛਲੇ ਸਮੇਂ ਦੇ ਦੁੱਖਾਂ ਪ੍ਰਤੀ ਜਾਗਰੂਕਤਾ ਵਧਾਉਂਦੀ ਹੈ। ਮੂਲਵਾਸੀ ਨੇਤਾਵਾਂ ਦਾ ਇੱਕ ਵਫਦ ਪੌਪ ਨੂੰ ਮਾਫੀ ਮੰਗਣ ਦੇ ਲਈ ਇਸ ਸਾਲ ਦੇ ਅੰਤ ਦੇ ਵਿੱਚ ਵੈਟੀਕਨ ਸਿਟੀ ਦਾ ਦੌਰਾ ਕਰੇਗਾ। ਜਸਟੋ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਅਹਿਮ ਖਬਰ ਦੱਸਦੀ ਹੈ। ਸੋਮਵਾਰ ਨੂੰ ਕਲੋਨਾ ਦੇ ਵਿੱਚ ਕ੍ਰੇਨ ਡਿੱਗਣ ਦੇ ਨਾਲ 4 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ, ਜਿਸ ਤੋਂ ਬਾਅਦ ਇਹ ਖਬਰ ਆਈ ਹੈ ਕਿ 5ਵਾਂ ਵਿਅਕਤੀ ਜਿਸ ਦੀ ਭਾਲ ਕੀਤੀ ਜਾ ਰਹੀ ਸੀ ਉਸ ਵਿਅਕਤੀ ਦੀ ਵੀ ਮੌਤ ਹੋ ਚੁੱਕੀ ਹੈ। ਮਾਊਂਟੇਨਸ ਦੇ ਮੁਤਾਬਕ ਇੱਕ ਵਿਅਕਤੀ ਹਸਪਤਾਲ ਦੇ ਵਿੱਚ ਹੀ ਦਮ ਤੋੜ ਗਿਆ, ਜਦੋਂ ਕਿ ਬਾਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਸਾਰੇ ਵਿਅਕਤੀ ਜੋ ਆਦਮੀ ਦੱਸੇ ਜਾ ਰਹੇ ਨੇ ਜੋ ਨਿਰਮਾਣ ਵਾਲੀ ਥਾਂ ਦੇ ਨਾਲ ਜੁੜੇ ਹੋਏ ਸੀ। ਮੰਨਿਆ ਇਹ ਜਾ ਰਿਹਾ ਹੈ ਕਿ ਜਦੋਂ ਕ੍ਰੇਨ ਡਿੱਗੀ ਤਾਂ ਨਾਲ ਲੱਗਦੀ ਇਮਾਰਤ ਦੇ ਵਿੱਚ ਕੰਮ ਕਰ ਰਹੇ ਸਨ। RCMP ਦਾ ਕਹਿਣਾ ਹੈ ਕਿ ਅਸੀਂ ਵਰਕਸੇਫ BC ਕਾਰਨਰਜ਼ ਸਰਵਿਸ, ਕਲੋਨਾ ਫਾਇਰ ਡਿਪਾਰਟਮੈਂਟ, ਸਿਟੀ ਕਲੋਨਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਮਿਸਿੰਗ ਵਿਅਕਤੀ ਤੱਕ ਮੰਗਲਵਾਰ ਦੁਪਹਿਰ ਤੱਕ ਪਹੁੰਚਣ ਦੀ ਉਮੀਦ ਕੀਤੀ ਜਾ ਸਕਦੀ ਹੈ। ਕ੍ਰੇਨ ਡਿੱਗਣ ਦੇ ਅਜੇ ਕਾਰਨ ਨਹੀਂ ਪਤਾ ਲੱਗੇ, ਪਰ ਕਲੋਨਾ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਜਿਹੜੀ ਹੈ ਉਹ ਕਾਇਮ ਹੈ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਖੇਤਰ ਨੂੰ ਸੁਰੱਖਿਅਤ ਨਹੀਂ ਕਰ ਲਿਆ ਜਾਂਦਾ ਉਦੋਂ ਤੱਕ ਸਥਾਨਕ ਐਮਰਜੈਂਸੀ ਦੇ ਹਾਲਾਤ ਬਣੇ ਰਹਿਣਗੇ। ਕਿਸੇ ਨੂੰ
ਉਸ ਖੇਤਰ ਦੇ ਵਿੱਚ ਜਾਣ ਦੀ ਮਨਜ਼ੂਰੀ ਨਹੀਂ ਹੈ। ਸੈਂਟ ਪੌਲ ਦੇ ਛੋਟੇ ਹਿੱਸਿਆਂ ਦੀਆਂ ਜਾਇਦਾਦਾਂ ਨੂੰ ਖਾਲੀ ਕਰਨ ਦੇ ਲਈ ਮਜਬੂਰ ਕੀਤਾ ਗਿਆ। ਫਿਲਹਾਲ ਖਬਰ ਪੜੇ ਜਾਣ ਤੱਕ ਇਸ ਮਾਮਲੇ ਦੇ ਵਿੱਚ ਹੋਰ ਬਦਲਾਅ ਆਉਣ ਦੀ ਸੰਭਾਵਨਾ ਹੈ। ਭਾਰਤ ਵਿੱਚ ਮੁੰਡੇ ਕੁੜੀਆਂ ਦੇ ਪੈਸੇ ਦੇ ਲੈਣ ਦੇਣ ਦੇ ਵਿਆਹ ਹੋਣ ਦੇ ਨਾਲ ਕੈਨੇਡਾ ਆਏ ਵਿਦਿਆਰਥੀਆਂ ਤੇ ਸਵਾਲ ਖੜੇ ਹੋ ਰਹੇ ਨੇ। ਹਾਲ ਹੀ ਦੇ ਵਿੱਚ ਤਾਜ਼ਾ ਸਾਹਮਣੇ ਆਏ ਮਾਮਲੇ, ਜਿਸ ਦੇ ਵਿੱਚ ਇੱਕ ਮੁੰਡੇ ਦੀ ਮੌਤ ਪੰਜਾਬ ਦੇ ਵਿੱਚ ਹੋ ਗਈ, ਜਿਸ ਦੇ ਇਲਜ਼ਾਮ ਕੈਨੇਡਾ ਬੈਠੀ ਕੁੜੀ ਤੇ ਲੱਗੇ ਨੇ। ਇਸ ਮਾਮਲੇ ਸੰਬੰਧੀ ਚੈਨਲ ਪੰਜਾਬੀ ਦੀ ਟੀਮ ਇੰਟਰਨੈਸ਼ਨਲ ਵਿਦਿਆਰਥੀਆਂ ਦਾ ਪੱਖ ਜਾਣਨ ਦੇ ਲਈ ਪਹੁੰਚੀ ਕਿ ਕਿਉਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ, ਤਾਂ ਉਹਨਾਂ ਆਪੋ ਆਪਣਾ ਪੱਖ ਕੁਝ ਇਸ ਤਰ੍ਹਾਂ ਰੱਖਿਆ। ਸੋ ਬੇਸਿਕਲੀ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਟੂਡੈਂਟ ਆ ਰਹੇ, ਲੱਖਾਂ ਦੇ ਹਿਸਾਬ ਨਾਲ ਸਟੂਡੈਂਟ ਕੈਨੇਡਾ ਦੇ ਵਿੱਚ ਆ ਰਹੇ ਨੇ। ਕੁਝ ਕੁ ਸਟੂਡੈਂਟ ਵੀਜ਼ਾ ਤੇ ਆ ਰਹੇ ਨੇ, ਕੁਝ ਕੁ ਸਪਾਊਜ਼ਲ ਆ ਰਹੇ ਨੇ, ਅਲੱਗ-ਅਲੱਗ ਤਰੀਕੇ ਨੇ, ਠੀਕ ਹੈ। ਸੋ ਇਹ ਨਹੀਂ ਹੈਗਾ ਵੀ ਸਾਰੀ ਕੁੜੀਆਂ ਗਲਤ ਨੇ ਜਾਂ ਸਾਰੇ ਮੁੰਡੇ ਗਲਤ ਨੇ। ਬਹੁਤ ਇਹੋ ਜਿਹੇ ਸਕਸੈਸਫੁਲ ਕੇਸ ਵੀ ਨੇ ਜਿਹੜੇ ਇੱਥੇ ਆ ਕੇ ਜਿਨ੍ਹਾਂ ਨੇ ਆਪਦੇ ਪਰਿਵਾਰ ਜਾਂ ਆਪਣੇ ਘਰ ਵਾਲਾ ਕਹਿ ਲਈਏ ਜਾਂ ਫਿਰ ਆਪਣਾ ਮਤਲਬ ਵਾਈਫ ਨੂੰ ਕਹਿ ਲਈਏ ਵੀ ਉਹਨਾਂ ਨੂੰ ਇੱਥੇ ਬੁਲਾਇਆ ਹੈ, ਤਾਂ ਬਹੁਤ ਸਕਸੈਸਫੁਲ ਮੈਰਿਜ ਚੱਲ ਵੀ ਰਹੀਆਂ ਨੇ। ਕੁਝ ਕੁ ਕੇਸ ਆ ਹੁਣ ਪਿਛਲੇ ਦਿਨਾਂ 'ਚ ਸਾਹਮਣੇ ਆਏ ਨੇ। ਸੋ ਸਾਨੂੰ ਉਹਨਾਂ ਦੇ ਕਾਰਨ ਲੱਭਣ ਦੀ ਲੋੜ ਹੈ ਵੀ ਉਹ ਕਿਉਂ ਮੁੱਦੇ ਬਣੇ, ਉਹਨਾਂ ਦਾ ਇਹ ਜੜ ਕਿੱਥੇ, ਆਪਾਂ ਨੂੰ ਇਹ ਫਰੋਲਣ ਦੀ ਲੋੜ ਹੈ ਐਜ਼ ਅ ਕਮਿਊਨਿਟੀ। ਸੋ ਉਸ ਦੇ ਨਾਲ ਹੀ ਸਾਨੂੰ ਇਹ ਵੀ ਦੇਖਣਾ ਚਾਹੀਦਾ ਵੀ ਜਿਹੜਾ ਹੁਣ ਕਰੰਟ ਇਸ਼ੂ ਦੇ ਉੱਤੇ ਜਿੰਨਾ ਐਲੀਵੇਟ ਹੋ ਗਿਆ ਇਹ ਨਾ ਹੋਵੇ ਵੀ ਜਿਹੜੀਆਂ ਕੁੜੀਆਂ ਨੇ ਹਜੇ ਆਉਣਾ ਜਿਹੜੀਆਂ ਸਹੀ ਨੇ, ਠੀਕ ਹੈ, ਜਾਂ ਮੁੰਡਿਆਂ ਨੇ ਜਿਨ੍ਹਾਂ ਨੇ ਘਰ ਵਾਲੀਆਂ ਨੂੰ ਲੈ ਕੇ ਆਉਣਾ, ਕਿਤੇ ਉਹਨਾਂ ਤੇ ਵੀ ਕੁਐਸਚਨ ਮਾਰਕ ਲੱਗ ਜੇ। ਸੋ ਸਾਨੂੰ ਥੋੜ੍ਹਾ ਜਿਹਾ ਉਹਨਾਂ ਦਾ ਵੀ ਸੋਚਣਾ ਚਾਹੀਦਾ। ਕੁਛ ਕੁ ਮਾੜੇ ਹੋ ਸਕਦਾ ਵੀ ਹੋਣ, ਬਟ ਆਪਾਂ ਨੂੰ ਸਾਰਿਆਂ ਨੂੰ, ਜਿਵੇਂ ਚੱਲ ਵੀ ਰਹੀਆਂ ਨੇ ਸੋਸ਼ਲ ਮੀਡੀਆ ਤੇ ਵੀ ਬਾਹਰਲੀਆਂ ਕੁੜੀਆਂ ਨਾਲ ਵਿਆਹ ਨਾ ਕਰਵਾਓ, ਸੋ ਉਹਦੇ ਵਿੱਚ ਸਾਰਿਆਂ ਨੂੰ ਆਪਾਂ ਕਟਹਿਰੇ 'ਚ ਖੜਾ ਕਰ ਲਿਆ, ਜਿਹੜਾ ਕਿ ਸਰਾਸਰ ਗਲਤ ਆ। ਇਹ ਡਿਪੈਂਡ ਕਰਦਾ ਆ, ਲਾਈਕ ਮੋਸਟਲੀ ਸਾਰੀਆਂ ਇੱਦਾਂ ਨਹੀਂ ਹੁੰਦੀਆਂ ਵੀ। ਜਿੱਦਾਂ ਹੋਰ ਵੀ ਕੁੜੀਆਂ ਹੈਗੀਆਂ, ਜਿੱਦਾਂ ਮੇਰੀ ਰੂਮਮੇਟ ਆ ਹੈ ਨਾ, ਉਹਨੇ ਵੀ ਆਪਣੇ ਹਸਬੈਂਡ ਨੂੰ ਬੁਲਾਇਆ ਇੱਥੇ। ਐਂਡ ਹਮੇਸ਼ਾ ਕੁੜੀਆਂ ਦੀ ਗਲਤੀ ਨਹੀਂ ਹੁੰਦੀ। ਗਲਤ ਆ ਜੀ, ਇਹ ਤਾਂ ਸਾਰੇ ਕਹਿ ਰਹੇ ਨੇ, ਮਤਲਬ ਕਿ ਇਹ ਇੱਕ ਨਹੀਂ ਕੁੜੀ ਹੈਗੀ, ਬਹੁਤ ਕੁੜੀਆਂ ਨੇ। ਇਹ ਤਾਂ ਬਰੈਂਪਟਨ ਟੋਰਾਂਟੋ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ ਨੇ ਇਹ ਗੱਲਾਂ, ਇਸ ਕਰਕੇ ਇਹ ਗਲਤ ਹੈ ਚੀਜ਼। ਹਾਂਜੀ, ਇਹ ਕਿਸੇ ਦੇ ਨਾਲ ਇਦਾਂ ਧੋਖਾ ਕਰਨਾ ਇਹ ਤਾਂ ਬਹੁਤ ਗਲਤ ਗੱਲ ਆ। ਹਾਂਜੀ, ਸੋ ਕੀ ਸਟੂਡੈਂਟ ਲਾਈਫ ਰਹਿੰਦੀ ਹੈ ਹੁਣ, ਜਿਵੇਂ ਕੁੜੀ ਕਹਿੰਦੇ ਵੀ ਉਹਦੇ ਐਲੀਗੇਸ਼ਨ ਲੱਗੇ ਵੀ ਗੱਲ ਨਹੀਂ ਕਰਦੀ ਸੀਗੀ ਮੁੰਡੇ ਨਾਲ ਜਾਂ ਟਾਈਮ ਨਹੀਂ ਦਿੰਦੇ, ਤੁਹਾਨੂੰ ਲੱਗਦਾ ਵੀ ਸਟੂਡੈਂਟ ਲਾਈਫ ਵਾਕਈ ਇੱਧਰ ਬਹੁਤ ਜ਼ਿਆਦਾ ਨਹੀਂ ਇੰਨੀ ਬਿਜ਼ੀ ਨਹੀਂ ਹੁੰਦੀ। ਮੈਂ ਡੇਲੀ ਗੱਲ ਕਰਦਾ ਆਪਣੇ ਘਰੇ, ਹੁਣ ਹੈ ਨਾ, ਸਾਰੇ ਗੱਲ ਕਰਦੇ ਆ ਸਟੂਡੈਂਟਸ, ਮੇਰੇ ਫਰੈਂਡਸ ਆ ਹੈ ਨਾ, ਸਾਰੇ ਆਪਣੇ ਘਰੇ ਵੀ ਗੱਲ ਕਰਦੇ ਆ। ਹੁਣ ਇੱਦਾਂ ਤਾਂ ਨਹੀਂ ਹੁੰਦਾ ਕਿ ਬੰਦਾ ਇੰਨਾ ਬਿਜ਼ੀ ਹੁੰਦਾ ਕਿ 10 ਮਿੰਟ ਵੀ ਘਰੇ ਗੱਲ ਨਾ ਕਰ ਸਕੇ। ਇਹ ਤਾਂ ਬਹੁਤ ਗਲਤ ਗੱਲ ਹੈ। ਠੀਕ ਹੈ। ਸੋ ਕੀ ਲੱਗਦਾ ਇੰਟਰਨੈਸ਼ਨਲ ਸਟੂਡੈਂਟਸ ਉੱਤੇ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ। ਕਈ ਕਹਿੰਦੇ ਨੇ ਮੁੰਡੇ ਵੀ ਇੱਧਰ ਆ ਕੇ ਇੱਦਾਂ ਕਰਦੇ ਨੇ, ਕੁੜੀਆਂ ਵੀ ਇੱਧਰ ਆ ਕੇ ਇੱਦਾਂ ਕਰਦੇ, ਉਹਨਾਂ ਦੇ ਪਾਰਟਨਰ ਪਿੱਛੇ ਰਹਿ ਜਾਂਦੇ ਨੇ, ਆਪ ਇੱਥੇ ਆ ਕੇ ਉਹਨਾਂ ਨੂੰ ਭੁੱਲ ਜਾਂਦੇ ਨੇ। ਇਹ ਤਾਂ ਜੀ ਡਿਪੈਂਡ ਕਰਦਾ ਬੰਦੇ ਤੇ। ਹੁਣ ਹੈ ਨਾ, ਜਿਹਦਾ ਜਿੱਦਾਂ ਦਾ ਹੋਊਗਾ ਉੱਦਾਂ ਦੇ ਕੰਮ ਕਰੂਗਾ। ਹੁਣ ਜਿਹਨੂੰ ਸਮਝ ਲੱਗ ਗਈ ਇੱਥੇ ਆਣ ਕੇ, ਜਿਹੜਾ ਆਪਣੇ ਘਰ ਬਾਰੇ ਸੋਚਦਾ ਵਾ, ਆਪਣੀ ਫੈਮਿਲੀ ਬਾਰੇ ਸੋਚਦਾ, ਉਹ ਤਾਂ ਸਿੱਧਾ ਚੱਲੂਗਾ। ਹਾਂਜੀ, ਤੇ ਜਿਹੜਾ ਬੰਦੇ ਨੂੰ ਹੁਣ ਹੈ ਹੀ ਨਹੀਂ ਕੁਝ, ਜਿਹਨੇ ਪਹਿਲਾਂ ਨਹੀਂ ਕੁਝ ਦੇਖਿਆ, ਇੱਥੇ ਆਣ ਕੇ ਸਭ ਕੁਝ ਮਿਲਦਾ ਹੈ, ਉਹ ਤਾਂ ਵਿਗੜੂਗਾ ਹੀ ਨਾ। ਪਾਰਟਨਰਸ ਦਾ ਤਾਂ ਮੈਨੂੰ ਪਤਾ ਨਹੀਂ, ਬਟ ਜਿਵੇਂ ਮੈਂ ਸਟੂਡੈਂਟ, ਮੈਂ ਸਿੰਗਲ ਹਾਂ, ਬਟ ਸਟੂਡੈਂਟ ਲਾਈਫ ਇਜ਼ ਨਾਟ ਈਜ਼ੀ। ਉਹਨਾਂ ਨੂੰ 100 ਕੰਮ ਹੁੰਦੇ ਆ, ਠੀਕ ਹੈ। ਹੁਣ ਮੈਂ ਵੀ ਭੱਜਿਆ ਫਿਰਦਾ, ਮੈਂ ਕਦੇ ਸਕੂਲ ਜਾਣਾ, ਮੈਂ ਕਦੇ ਯੂਨੀਵਰਸਿਟੀ ਦਾ ਕੰਮ ਕਰਨ ਜਾਣਾ, ਕਦੇ ਮੈਂ ਬੈਂਕ ਜਾਣਾ ਹੁੰਦਾ। ਹੁਣ ਮੈਂ ਬੈਂਕ ਤੋਂ ਆ ਰਿਹਾ ਤੇ 100 ਕੰਮ ਹੁੰਦੇ ਆ। ਜੇ ਕੋਈ ਲਾਈਫ ਪਾਰਟਨਰ ਵਾਲੀ ਤਾਂ ਗੱਲ ਨਹੀਂ ਹੈ, ਕਈ ਵਾਰ ਘਰਦਿਆਂ ਨਾਲ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ। ਸਾਰਾ ਦਿਨ ਬਿਜ਼ੀ ਥੱਕਿਆ ਹੋਇਆ ਬੰਦਾ, ਮੇਬੀ ਭੁੱਲ ਤਾਂ ਨਹੀਂ ਜਾਂਦਾ ਹੋਊਗਾ। ਮੇਬੀ ਕੁੜੀ ਦੀ ਵੀ ਗਲਤੀ ਹੋਊਗੀ ਜਾਂ ਮੁੰਡੇ ਦੀ ਵੀ ਗਲਤੀ ਹੋਊਗੀ। ਜਿਵੇਂ ਕਹਿੰਦੇ ਆ ਦੋਨੋਂ ਹੱਥਾਂ ਤਾੜੀਆਂ ਵੱਜਦੀਆਂ, ਦੋਨਾਂ ਦੀ ਗਲਤੀ ਹੋਣਗੀਆਂ। ਬਾਕੀ ਜੇ ਸਟੂਡੈਂਟ ਬਸ ਦਿਲ ਨਾ ਹਾਰਨ, ਸੁਸਾਈਡ ਦੀ ਵੀ ਕੋਈ ਗੱਲ ਨਹੀਂ। ਜੇ ਇੱਥੇ ਕੋਈ ਸਟੂਡੈਂਟ ਸੁਸਾਈਡ ਕਰਦਾ, ਮੈਨੂੰ ਨਹੀਂ ਲੱਗਦਾ। ਸਾਰਾ ਕੰਮ ਇਹ 'ਤੇ ਹੈਗਾ, ਮਿਹਨਤ ਕਰੋ ਡਟ ਕੇ, ਤੇ ਦੈਟਸ ਇਟ, ਦੈਟਸ ਮਾਈ ਮੈਸੇਜ। ਚੀਜ਼ 'ਚ ਮੈਂ ਇਹ ਕਹਿਣਾ ਚਾਹੂੰਗਾ ਕਿ ਜੇ ਮੁੰਡਿਆਂ ਨੂੰ ਬਾਲਾ ਹੀ ਹੈ ਕਿ ਹਾਂ ਕੁੜੀਆਂ ਪੈਸੇ ਪੂਸੇ ਲੈ ਕੇ ਭੱਜ ਜਾਂਦੀਆਂ, ਮੁੰਡੇ ਆਪ ਮਿਹਨਤ ਕਰਨ, ਆਪ ਆਇਲਸ ਕਰਨ, ਆਪ ਦੇ ਦਮ 'ਤੇ ਬਾਹਰ ਆਉਣ, ਕੁੜੀਆਂ ਕਿਸੇ 'ਤੇ ਐਲੀਗੇਸ਼ਨ ਲਾਉਣ ਦੀ ਲੋੜ ਨਹੀਂ। ਬੇਸਿਕਲੀ ਮੈਨੂੰ ਲੱਗਦਾ ਵੀ ਕਿ ਅਸੀਂ ਨਾ ਸਟੀਰੀਓਟਾਈਪਿੰਗ ਦੇ ਵਿੱਚ ਜ਼ਿਆਦਾ ਪੈ ਜਾਂਦੇ ਹਾਂ। ਜਦੋਂ ਕਿਤੇ ਕੋਈ ਲੜਾਈ ਹੁੰਦੀ ਆ, ਲੜਾਈ ਕਰਨ ਵਾਲੇ ਉਹੀ 10-12 ਕੁ ਜਾਣੇ ਨੇ, 2 ਗਰੁੱਪ ਨੇ, ਉਹ ਆਪਸ 'ਚ ਲੜ ਰਹੇ ਨੇ। ਉਸ ਤੋਂ ਬਾਅਦ ਕੀ ਚੀਜ਼ਾਂ ਹੋਣ ਲੱਗਦੀਆਂ ਨੇ ਮੀਡੀਆ ਦੇ ਵਿੱਚ ਕਿ ਸਟੂਡੈਂਟਾਂ ਨੂੰ ਡਿਪੋਰਟ ਕਰੋ, ਠੀਕ ਹੈ ਜੀ। ਜੇ ਕਿਤੇ ਕੋਈ ਮੁਜ਼ਾਹਰਾ ਹੋ ਰਿਹਾ ਤੇ ਮੁਜ਼ਾਹਰੇ ਦੇ ਵਿੱਚ ਮੁਜ਼ਾਹਰਾਕਾਰੀ ਜਿਹੜੇ ਹੈਗੇ ਨੇ ਉਹ ਇੱਥੋਂ ਦੇ ਰੈਜ਼ੀਡੈਂਟ ਨੇ, ਮੰਨ ਲਓ ਕੈਨੇਡੀਅਨ ਰੈਜ਼ੀਡੈਂਟ ਨੇ ਜਾਂ ਕੈਨੇਡੀਅਨ ਸਿਟੀਜ਼ਨ ਨੇ, ਫਿਰ ਉਹ ਚੀਜ਼ ਜਾਇਜ਼ ਹੋ ਜਾਂਦੀ ਆ। ਪਰ ਜਦੋਂ ਉਹ ਕਿਤੋਂ ਫੋਰਨ ਤੋਂ ਇਮੀਗ੍ਰੈਂਟ ਵਰਕਰ ਆ ਜਾਂਦੇ ਨੇ, ਜਿਵੇਂ ਹੁਣ ਕਿੰਗ ਜਾਰਜ 88 ਦੇ ਉੱਤੇ ਚੱਲ ਰਿਹਾ ਸੀਗਾ ਮੁਜ਼ਾਹਰਾ ਡਰਾਈਵਰ ਵਰਕਰਸ ਦਾ, ਉੱਥੇ ਜਾ ਕੇ ਫੇਰ ਗੱਲ ਆ ਜਾਂਦੀ ਵੀ ਇਹਨਾਂ ਤੋਂ ਆਪਦੀਆਂ ਗਲਤੀਆਂ ਨੇ ਇਹਨਾਂ ਦੀਆਂ, ਹੈ ਨਾ। ਸੋ ਸਾਡੀ ਸਮਾਜ ਦੇ ਵਿੱਚ ਇਹ ਸਟੀਰੀਓਟਾਈਪਿੰਗ ਦਾ ਜਿਹੜਾ ਮਸਲਾ ਉਹ ਬਹੁਤ ਵੱਡਾ, ਉਹੀ ਹੁਣ ਸਟੀਰੀਓਟਾਈਪਿੰਗ ਇੱਥੇ ਹੋ ਰਹੀ ਹੈ ਇੰਟਰਨੈਸ਼ਨਲ ਫੀਮੇਲ ਸਟੂਡੈਂਟਸ ਨੂੰ ਲੈ ਕੇ। ਕੀ ਹੋ ਰਿਹਾ, ਮੰਨ ਲਓ ਸੋਸ਼ਲ ਮੀਡੀਆ ਦੇ ਉੱਤੇ ਮੈਂ ਕੋਈ ਪੋਸਟ ਪਾ ਦੇਣਾ ਲਿਖ ਕੇ ਕਿ ਮੇਰੇ ਕੋਲ ਮੇਰੇ ਕਿਸੇ ਫਰੈਂਡ ਦੀ ਫੋਟੋਆਂ ਨੇ, ਮੈਂ ਪੋਸਟ ਪਾ ਦੀ। ਇਸ ਟਾਈਮ ਇਹ ਰੌ ਬਣਿਆ ਹੋਇਆ ਕਿ ਉਹ ਵਾਇਰਲ ਹੋ ਜਾਣੀਆਂ, ਕਿਸੇ ਨੇ ਨਹੀਂ ਦੇਖਣਾ, ਉਹਦੀ ਤਫਤੀਸ਼ ਨਹੀਂ ਕਰਨੀ ਹੈ ਕਿ ਸੱਚ ਕੀ ਆ ਤੇ ਝੂਠ ਕੀ ਆ। ਸੋ ਹੁਣ ਜਿਹੜਾ ਬੇਅੰਤ ਤੇ ਲਵਪ੍ਰੀਤ ਵਾਲਾ ਮਸਲਾ, ਉਸ ਮਸਲੇ ਦੇ ਵਿੱਚ ਸਾਡੇ ਵੱਲੋਂ ਮਤਲਬ ਇਹੋ ਅਪੀਲ ਹੋਣੀ ਚਾਹੀਦੀ ਆ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦਈਏ,
ਸੋਸ਼ਲ ਮੀਡੀਆ ਦੇ ਉੱਤੇ ਇੱਕ ਦੋ ਇਨਫਲੂਐਂਸਰ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਟਿਕਟੌਕ ਨੇ ਜਾਂ ਫੇਸਬੁੱਕ ਨੇ ਬਹੁਤ ਚੜਾਤੇ, ਤੇ ਉੱਥੇ ਉਹ ਚੜੇ ਕਿੱਥੋਂ ਨੇ? ਆਪਦੇ ਮਸਾਲੇ ਵਾਲੀਆਂ ਗੱਲਾਂ ਕਰਕੇ। ਉਹ ਲੋਕਾਂ ਨੇ ਉਹਨਾਂ ਨੂੰ ਟਾਈਮ ਪਾਸ ਵਾਸਤੇ ਦੇਖਣਾ ਸ਼ੁਰੂ ਕੀਤਾ ਸੀ, ਜਿਹਦੇ ਕਰਕੇ ਉਹਨਾਂ ਦੇ ਹਜ਼ਾਰਾਂ ਫੋਲੋਅਰ ਬਣ ਗਏ। ਹੁਣ ਉਹਨਾਂ ਦੀ ਵੀਡੀਓ ਨੇ ਜਿਹੜੀ, ਉਹਨਾਂ ਦਾ ਕੋਈ ਇੱਕ ਇਹੋ ਜਿਹਾ ਪਲੇਟਫਾਰਮ ਬਣ ਗਿਆ ਕਿ ਉਹ ਆਪਦੀ ਵੀਡੀਓ ਇੱਕ ਪਾਉਂਦੇ ਨੇ ਤੇ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਵਾਇਰਲ ਹੋ ਜਾਂਦੀ ਆ। ਉਹਨਾਂ ਦੀ ਇੱਕ ਵੀਡੀਓ, ਇੱਕ ਬੰਦਾ ਇੱਥੋਂ ਸਰੀ ਦਾ ਰਹਿਣ ਵਾਲਾ, ਉਸ ਬੰਦੇ ਦੀ ਇਹ ਵੀਡੀਓ ਸੀਗੀ ਵੀ ਕੁੜੀ ਡਿਪੋਰਟ ਹੋ ਰਹੀ ਆ, ਕੁੜੀ ਹਾੜੇ ਕੱਢ ਰਹੀ ਆ, ਕੁੜੀ ਕਹਿੰਦੀ ਮੇਰੇ ਤੋਂ 30 ਲੱਖ ਲੈ ਲਓ, ਮੈਂ ਇੱਥੇ ਉਹਨਾਂ ਦੇ ਮੈਨੂੰ ਇੱਥੇ ਰਹਿਣ ਦਿਓ, ਮੈਂ ਮੁੜ ਕੇ ਨਹੀਂ ਜਾਣਾ ਹੈਗਾ। ਉਹ ਬੰਦਾ ਅੱਧੇ ਘੰਟੇ ਬਾਅਦ ਵੀਡੀਓ ਪਾ ਰਿਹਾ ਤੇ ਲੋਕ ਉਹਨੂੰ ਸ਼ੇਅਰ ਕਰ ਰਹੇ ਨੇ ਬਗੈਰ ਤਫਤੀਸ਼ ਕੀਤੇ ਕਿ ਅਸਲ ਮੁੱਦਾ ਕੀ ਆ। ਹੁਣ ਜਿਹੜੀ ਚੀਜ਼ ਹੈਗੀ ਆ ਵੀ ਉਹ ਮੁੰਡੇ ਦੀ ਤੇ ਕੁੜੀ ਦੀ, ਉਹ ਉਹਨਾਂ ਦਾ ਪਰਸਨਲ ਮੈਟਰ ਆ, ਉਹਨਾਂ ਦੀ ਫੈਮਿਲੀ ਦਾ ਪਰਸਨਲ ਮੈਟਰ ਆ। ਸਾਡੀ ਇਹੀ ਅਪੀਲ ਆ ਵੀ ਲੋਕਾਂ ਨੂੰ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਾਂ ਆਪਾਂ ਜੱਜ ਨਾ ਬਣੀਏ, ਸਟੀਰੀਓਟਾਈਪਿੰਗ ਨਾ ਕਰੀਏ, ਕਾਨੂੰਨ ਨੂੰ ਆਪਣਾ ਕੰਮ ਕਰਨ ਦਈਏ, ਤੇ ਤਾਂ ਜੋ ਜਿਹੜਾ ਜਿਵੇਂ ਵੀ ਜਸਟਿਸ ਉਵੇਂ ਮਿਲਣਾ ਚਾਹੀਦਾ। ਤੇ ਬਹੁਤ ਇਹੋ ਜਿਹੇ ਕੇਸਿਸ ਬਾਹਰ ਆ ਰਹੇ ਨੇ ਜਿਹਦੇ ਵਿੱਚ ਕਿ ਕੁੜੀਆਂ ਨੇ ਪੈਸੇ ਲਵਾ ਕੇ ਇੱਥੇ ਆ ਕੇ ਮੁੱਕਰ ਗਈਆਂ ਨੇ, ਉਹਨਾਂ ਨੇ ਆਪਦੇ ਹਸਬੈਂਡ ਨੂੰ ਨਹੀਂ ਬੁਲਾਇਆ। ਆਲਦੋ ਆਪਾਂ ਇਹ ਚੀਜ਼ ਭੁੱਲ ਰਹੇ ਹਾਂ ਕਿ ਇੱਥੇ ਬਹੁਤ ਸਾਰੇ ਇਹੋ ਜਿਹੇ ਕੇਸਿਸ ਨੇ ਜਿਹਦੇ ਵਿੱਚ ਕੁੜੀਆਂ ਨੇ ਵਿਆਹ ਕਰਵਾਏ ਆ, ਉਹਨਾਂ ਨੇ ਆਪਦੇ ਹਸਬੈਂਡ ਨੂੰ ਸਪਾਂਸਰ ਵੀ ਕੀਤਾ ਤੇ ਇੱਥੇ ਆਪਦੀ ਬਹੁਤ ਵਧੀਆ ਲਾਈਫ ਦੇ ਵਿੱਚ ਸੈਟਲ ਹੋ ਗਿਆ ਤੇ ਬਹੁਤ ਵਧੀਆ ਕੰਮਕਾਰ ਚੱਲ ਰਿਹਾ। ਸੋ ਜਦੋਂ ਇੱਕ ਦੌਰ ਚੱਲਦਾ ਉਹਦੇ ਵਿੱਚ ਸਿਰਫ ਆਪਾਂ ਨੈਗੇਟਿਵਿਟੀ ਲੱਭਣ ਲੱਗ ਜਾਂਦੇ ਹਾਂ। ਆਲਦੋ ਧੋਖਾ ਕਰਨਾ ਕਿਤੇ ਵੀ ਅਸੀਂ ਸਪੋਰਟ ਨਹੀਂ ਕਰਦੇ, ਬਹੁਤ ਗਲਤ ਗੱਲ ਆ। ਕਿਸੇ ਨੇ ਤੁਹਾਡੇ ਤੇ ਪੈਸੇ ਲਾਏ ਆ, ਤੁਹਾਡੀ ਗੱਲ ਹੋਈ ਆ, ਤੁਸੀਂ ਉਸ ਚੀਜ਼ ਤੋਂ ਮੁੱਕਰ ਰਹੇ ਹੋ ਜਾਂ ਤੁਸੀਂ ਉਹਨਾਂ ਨੂੰ ਧੋਖਾ ਦੇ ਰਹੇ ਹੋ, ਉਹ ਬਹੁਤ ਗਲਤ ਗੱਲ ਆ। ਪਰ ਆਪਾਂ ਇਹ ਸਾਰਿਆਂ ਦੇ ਵਿੱਚ ਇਹ ਨਾ ਭੁੱਲੀਏ ਕਿ ਸਿਰਫ ਕੁਝ ਕੁ ਕੇਸਿਸ ਨੇ ਜੋ ਇਦਾਂ ਹੋਏ ਨੇ। ਮੋਸਟਲੀ ਕੇਸਿਸ ਦੇ ਵਿੱਚ ਜਦੋਂ ਵੀ ਵਿਆਹ ਹੁੰਦਾ ਜੈਨੂਇਨ ਮੈਰਿਜਸ ਵੀ ਹੁੰਦੀਆਂ। ਇੱਥੇ ਆਪਾਂ ਮਤਲਬ ਪਰਟੀਕੁਲਰਲੀ ਆਪਾਂ ਨੂੰ ਮੈਰਿਜਸ ਨੂੰ ਸੈਪਰੇਟ ਕਰਕੇ ਦੇਖਣਾ ਪਊਗਾ। ਕੁਝ ਕੁ ਕੰਟਰੈਕਟ ਮੈਰਿਜਸ ਹੁੰਦੀਆਂ, ਕੁਝ ਕੁ ਜਿਹੜੀਆਂ ਜੈਨੂਇਨ ਮੈਰਿਜਸ ਹੁੰਦੀਆਂ। ਜਿਹੜੀਆਂ ਜੈਨੂਇਨ ਮੈਰਿਜਸ ਆ ਉਹਨਾਂ ਦੇ ਵਿੱਚ ਇਹੋ ਜਿਹੀ ਧੋਖਾਧੜੀ ਹੋਣੀ ਬਹੁਤ ਘੱਟ ਕੇਸਿਸ ਹੋਣਗੇ। ਮੈਨੂੰ ਲੱਗਦਾ 1-2 ਕੇਸਿਸ ਸ਼ਾਇਦ ਆਪਾਂ ਜਾਣਦੇ ਹੋਈਏ ਜਿਹੜੇ ਐਵੇਂ ਦੇ ਕੇਸਿਸ ਆ, ਬਟ ਬਾਕੀ ਸਾਰੇ ਕੇਸਿਸ ਦੇ ਵਿੱਚ ਜੈਨੂਇਨਲੀ ਮੈਰਿਜ ਹੁੰਦੀ ਆ। ਕੁੜੀ ਜੇ ਇੱਥੇ ਆਉਂਦੀ ਹੈ ਚਾਹੇ ਮੁੰਡਾ ਇੱਥੇ ਆਉਂਦਾ, ਉੱਥੇ ਜੈਂਡਰ ਦਾ ਕੋਈ ਰੋਲ ਨਹੀਂ ਹੁੰਦਾ, ਰਾਈਟ। ਕੁੜੀ ਇੱਥੇ ਆਉਂਦੀ ਹੈ ਤਾਂ ਉਹ ਆਪਦੇ ਹਸਬੈਂਡ ਨੂੰ ਬੁਲਾਉਂਦੀ ਹੈ, ਹਸਬੈਂਡ ਇੱਥੇ ਪਹਿਲਾਂ ਆਉਂਦਾ ਆਪਦੀ ਵਾਈਫ ਨੂੰ ਬੁਲਾਉਂਦਾ, ਐਂਡ ਉਹਨਾਂ ਦੀ ਲਾਈਫ ਕੰਪਲੀਟਲੀ ਸੈਟਲ ਹੁੰਦੀ ਆ। ਇਸੇ ਗੱਲ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਸਾਰਿਆਂ ਨਾਲੋਂ ਪਹਿਲਾਂ ਨਿਕਲ ਕੇ ਆਉਂਦੀ ਹੈ ਪ੍ਰੋਬਲਮ ਕਿੱਥੇ ਆ ਜਾਂਦੀ ਆ, ਕੰਟਰੈਕਟ ਮੈਰਿਜਸ ਦੇ ਵਿੱਚ। ਸੋ ਉਹਦੇ ਕਾਰਨ ਇਹ ਚੀਜ਼ਾਂ ਅੱਗੇ ਆ ਰਹੀਆਂ ਜ਼ਿਆਦਾ। ਮੇਨ ਤਾਂ ਇਸ ਚੀਜ਼ ਦਾ ਕਾਰਨ ਬਣਿਆ ਸੋਸ਼ਲ ਮੀਡੀਆ ਤੇ ਬਹੁਤ ਗੱਲਾਂ ਨੂੰ ਵਧਾ ਚੜਾ ਕੇ ਦੱਸਿਆ ਜਾ ਰਿਹਾ ਜਾਂ ਦੱਸਿਆ ਜਾਂਦਾ ਹੈ ਜੋ ਨਹੀਂ ਹੈ। ਤੇ ਦੂਜੀ ਗੱਲ ਸਟੂਡੈਂਟਾਂ ਦੀ ਜੀ, ਇੱਥੇ ਮਿਹਨਤ ਕਰਦੇ ਆ ਬਹੁਤ ਸਟੂਡੈਂਟ, ਅਸੀਂ ਵੀ ਸਟੂਡੈਂਟ ਆਏ ਆ, ਅਸੀਂ ਵੀ ਮਿਹਨਤ ਕੀਤੀ ਆ। ਤੇ ਮੋਸਟਲੀ ਕਾਰਨ ਕੀ ਬਣਦਾ ਕਿ ਕੁਝ ਕੁ % ਲੋਕਾਂ ਕਰਕੇ ਵੀ -0.1 ਜਾਂ ਇੰਨੇ ਕੁ ਲੋਕਾਂ ਕਰਕੇ ਉਹਦੇ ਕਰਕੇ ਇਹ ਚੀਜ਼ ਇੱਥੇ ਵੱਧਦੀ ਆ ਵੀ ਉਹ ਚੀਜ਼ ਥੋੜ੍ਹੇ ਗਲਤ ਬੰਦਿਆਂ ਕਰਕੇ ਜ਼ਿਆਦਾ ਇੱਥੇ ਉਹਨਾਂ ਨੂੰ ਬਿਠਾਵਾ ਦਿੱਤੇ। ਜਿਵੇਂ ਹੁਣ ਲੜਾਈਆਂ ਵੀ ਪਿੱਛੇ ਹੁੰਦੀਆਂ ਸੀ, 1-2% ਜਵਾਕ ਲੜਦੇ ਆ ਤੇ ਉਹ ਸਾਰਿਆਂ ਨੂੰ ਉਸ ਚੀਜ਼ 'ਚ ਤੋਲਿਆ ਜਾਂਦਾ ਵੀ ਸਾਰੇ ਸਟੂਡੈਂਟ ਇੱਦਾਂ। ਸੋ ਹੁਣ ਸਪਾਊਸ ਕੇਸਿਸ ਵੀ ਇੱਦਾਂ ਬਹੁਤ ਜ਼ਿਆਦਾ ਕੇਸਿਸ ਸਕਸੈਸਫੁਲ ਨੇ, ਇਹਨਾਂ ਨੂੰ ਮੈਂ ਵੀ ਜਾਣਦਾ। ਸੋ ਇਹ ਤਾਂ ਬਹੁਤ ਰੇਅਰ ਨੇ ਤੇ ਹੁਣ ਇਹ ਚੀਜ਼ ਨੂੰ ਬੜਾਵਾ ਦਿੱਤਾ ਜਾ, ਜੋ ਸੋਸ਼ਲ ਮੀਡੀਆ ਜ਼ਿਆਦਾ ਬੜਾਵਾ ਦੇ ਰਿਹਾ, ਜੋ ਕਿ ਇਹ ਚੀਜ਼ ਨੂੰ ਆਪਾਂ ਨੂੰ ਰੋਕਣਾ ਚਾਹੀਦਾ। ਪੋਜ਼ਿਟਿਵ ਵੇ 'ਚ ਲੈਣਾ ਚਾਹੀਦਾ, ਨੈਗੇਟਿਵ ਵੇ 'ਚ ਨਹੀਂ ਲੈਣਾ ਚਾਹੀਦਾ। ਇੱਥੇ ਕੁੜੀਆਂ ਵੀ ਬਹੁਤ ਮਿਹਨਤ ਕਰਦੀਆਂ ਨੇ, ਜੋ ਅਸੀਂ ਅਕਸਰ ਹੀ ਦੇਖਦੇ ਹਾਂ ਰਾਤ ਨੂੰ 12 ਵਜੇ 1 ਵਜੇ ਕੁੜੀਆਂ ਕੰਮਾਂ 'ਤੇ 2 ਸ਼ਿਫਟਾਂ ਲਾਉਂਦੀਆਂ ਨੇ ਜੀ। ਤੇ ਉੱਥੇ ਇੰਡੀਆ ਆਪਣੇ ਮਾਂ ਪਿਓ ਜਿਨ੍ਹਾਂ ਨੂੰ ਜਵਾਕਾਂ ਨੂੰ ਬਾਹਰ ਨਿਕਲਣ ਦੇ ਇਕੱਲਿਆਂ ਨੂੰ, ਹੁਣ 12 ਵਜੇ ਤੱਕ ਇੱਥੇ ਕੰਮ ਕਰਦੇ ਨੇ। ਸੋ ਇਸ ਕਰਕੇ ਤੇ ਦੂਜੇ ਰੀਜ਼ਨ 2-3 ਮੈਨੂੰ ਜਿਹੜੇ ਮੈਂ ਦੱਸਣਾ ਚਾਹੁੰਦਾ ਕਾਰਨ ਕੀ ਆ। ਇੱਕ ਤਾਂ ਜਿਹੜੇ ਪਿੱਛੇ ਜਦੋਂ ਆਪਾਂ ਇੰਡੀਆ ਮੈਰਿਜ ਕਰਦੇ ਹਾਂ, ਸੋ ਮੈਰਿਜ ਤੋਂ ਬਾਅਦ ਕੁੜੀ ਹਫ਼ਤੇ ਬਾਅਦ ਆ ਜਾਂਦੀ ਹੈ ਜਾਂ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ, ਉਹ कुड़ी मुंडे की अटैचमेंट नहीं बन पाती। जो लगते हैं एलिगेशंस फॉर वुमेंस की जो शादी करके यहाँ पे आके मैं पता ही नहीं कोई और रिलेशनशिप्स में आती हैं, हाँ वो गलत है। बिकॉज जो यहाँ पे वीज़ाज़ लगते हैं रिगार्डिंग कि वहाँ से लग के वीज़ाज़ आ रहे हैं कि आगे मेरा हस्बैंड या मेरी वाइफ शी विल सपोर्ट मी कि हाँ वो करेंगे, बट फिर यहाँ पे देखने की उन्होंने सारा इन्वेस्ट कर दिया कि अब उनको ऐसा लगता है कि हाँ यहाँ पे अब हम फ्री हैं। और होता क्या है कि कनाडा एक बहुत वास्ट है कि यहाँ पे बंदा बदलता है, बट आपको हम भूलना नहीं चाहिए कि किसने आपको सपोर्ट किया, किसने आपको आगे भेजा है और आप कैसे मतलब आगे कैसे करना चाहिए। तो हाँ ये गलत है इस परस्पेक्टिव से। ਅਸੀਂ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਜਸਕਰਨ ਸਹੋਤਾ ਦੀ ਮੇਨ ਅਪਡੇਟ ਦੇ ਉੱਤੇ ਗੱਲ ਅੱਜ ਦੀ ਦੋਸਤੋ ਅੱਜ ਦੀ ਗੱਲ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਅਸੀਂ ਕਿੰਨੀ ਵਾਰੀ ਇਹ ਗੱਲਬਾਤ ਕਰ ਚੁੱਕੇ ਹਾਂ। ਜਦੋਂ ਵੀ ਅਸੀਂ ਗੱਲਬਾਤ ਕੀਤੀ ਹੈ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਕਿ ਫਲਾਣੀ ਥਾਂ ਦੇ ਉੱਤੋਂ ਇੰਨੀਆਂ ਦੱਬੀਆਂ ਲਾਸ਼ਾਂ ਦਾ ਪਤਾ ਲੱਗਿਆ, ਤੇ ਅੱਜ ਫਿਰ ਉਹੋ ਜੀ ਇੱਕ ਦੁਖਦਾਈ ਖਬਰ ਸਾਡੇ ਸਾਹਮਣੇ ਆ ਰਹੀ ਹੈ ਕਿ 160 ਲਾਸ਼ਾਂ ਦਾ ਪਤਾ ਲੱਗਿਆ ਵਿਕਟੋਰੀਆ ਦੇ ਨੇੜੇ ਪਲੈਨਕੁਟ ਆਈਲੈਂਡ ਦੇ ਉੱਪਰ, ਇੱਕ ਜਿੱਥੇ ਕਿਸੇ ਵੇਲੇ ਰੈਜ਼ੀਡੈਂਸ਼ੀਅਲ ਸਕੂਲ ਹੁੰਦਾ ਸੀ। ਇਹ ਅਨਮਾਰਕਡ ਗ੍ਰੇਵ ਲੱਭਣ ਦਾ ਸਿਲਸਿਲਾ ਰੁਕ ਨਹੀਂ ਰਿਹਾ।
ਜਿਹੜੀ ਪਲਨਕੋਟ ਟ੍ਰਾਈਬ ਆ ਉਹਨਾਂ ਨੇ ਇਹ ਗੱਲ ਕਨਫਰਮ ਕੀਤੀ ਹੈ ਕਿ ਸਾਨੂੰ 160 ਕਬਰਾਂ ਇਸ ਥਾਂ ਦੇ ਉੱਤੇ ਮਿਲੀਆਂ। ਪਹਿਲੇ ਦਿਨ ਜਦੋਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਜਦੋਂ ਕੈਮਲੂਪਸ ਦੇ ਵਿੱਚ ਜਿਹੜੀਆਂ ਲਾਸ਼ਾਂ ਮਿਲੀਆਂ ਸੀ, ਉਹਦੇ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਹਲਚਲ ਮਚੀ ਸੀ ਤੇ ਸ਼ਾਇਦ ਇਹ ਖਬਰਾਂ ਕੈਨੇਡਾ ਦੇ ਵਿੱਚ ਆਉਣੀਆਂ ਇੱਕ ਰੂਟੀਨ ਦੀ ਘਟਨਾ ਬਣ ਗਈ ਹੈ ਕਿ ਕਦੇ ਕੁਛ ਜਿਹੜੀਆਂ ਖਬਰਾਂ ਕਿਸੇ ਪਾਸੇ ਆਉਂਦੀਆਂ, ਕਦੇ ਕਿਸੇ ਪਾਸੇ ਆਉਂਦੀਆਂ। ਤੇ ਅੱਜ 160 ਅਨਮਾਰਕਡ ਅਨਡਾਕੂਮੈਂਟਡ ਗ੍ਰੇਵਸ ਇਸ ਆਈਲੈਂਡ ਦੇ ਉੱਤੇ, ਜਿਹੜਾ ਵਿਕਟੋਰੀਆ ਤੋਂ ਥੋੜੀ ਜਿਹੀ ਦੂਰ ਇਹ ਇੱਕ ਟਾਪੂ ਹੈਗਾ, ਇਸ ਥਾਂ ਦੇ ਉੱਤੋਂ ਮਿਲੀਆਂ ਆ। ਇੱਥੇ ਕਦੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਹੁੰਦਾ ਸੀ। ਇਸ ਟਾਪੂ ਦੇ ਉੱਤੇ 1899 ਤੋਂ ਲੈ ਕੇ 1975 ਤੱਕ, 1889 ਤੋਂ ਲੈ ਕੇ 1975 ਤੱਕ ਇਹ ਸਕੂਲ ਚੱਲਿਆ, ਜਿਹਨੂੰ ਕਿ ਫੈਡਰਲ ਗਵਰਨਮੈਂਟ ਤੇ ਰੋਮਨ ਕੈਥੋਲਿਕ ਚਰਚ ਨੇ ਇਸ ਚੀਜ਼ ਦੀ ਸਪੋਰਟ ਕੀਤੀ, ਇਹਦੀ ਫੰਡਿੰਗ ਕੀਤੀ, ਇਹਨਾਂ ਦੇ ਤਹਿਤ ਇਹ ਚੱਲਦਾ ਸੀ। ਬਿਲਡਿੰਗ ਨੂੰ ਬਾਅਦ ਦੇ ਵਿੱਚ ਢਾਹ ਦਿੱਤਾ ਗਿਆ 1980 ਦੇ ਵਿੱਚ ਤੇ ਕਿਊਪਰ ਆਈਲੈਂਡ ਨੂੰ ਰੀਨੇਮ ਕਰਕੇ ਪਲਨਕੋਟ ਆਈਲੈਂਡ ਕਹਿ ਦਿੱਤਾ ਗਿਆ 2010 ਦੇ ਵਿੱਚ। ਮਈ ਮਹੀਨੇ ਦੇ ਵਿੱਚ ਤੁਹਾਨੂੰ ਇਹ ਵੀ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਸਾਡੇ ਕੋਲ ਕੈਮਲੂਪਸ ਦੇ ਵਿੱਚੋਂ ਸਭ ਤੋਂ ਪਹਿਲਾਂ ਰਡਾਰ ਦੇ ਨਾਲ 215 ਬੱਚਿਆਂ ਦਾ ਪਤਾ ਲੱਗਿਆ। ਉਹਦੇ ਤੋਂ ਬਾਅਦ ਫਿਰ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਉੱਤੇ ਸਵਾਲ ਫਿਰ ਉੱਠਣੇ ਹੋਏ। ਇਹਦੇ ਤੋਂ ਬਾਅਦ ਸਸਕਾਚਵਿਨ ਦੇ ਵਿੱਚ ਉੱਥੋਂ ਸਾਨੂੰ ਫਸਟ ਨੇਸ਼ਨਸ ਦੀ ਰਿਪੋਰਟ ਆਈ ਕਿ 751 ਅਨਮਾਰਕਡ ਗ੍ਰੇਵਸ ਉੱਥੇ ਹੈਗੀਆਂ ਨੇ। ਇਸੇ ਤਰ੍ਹਾਂ ਹੀ ਇਹ ਲਗਾਤਾਰ ਸਿਲਸਿਲਾ ਜਿਹੜਾ ਚੱਲਦਾ ਆ। ਲੋਅਰ ਕੂਟਨੀ ਬੈਂਡ ਦੀਆਂ ਜਿਹੜੀਆਂ ਇਹ ਗ੍ਰੇਵਸ ਸੀਗੀਆਂ, ਉਹਨਾਂ ਨੇ ਇਹ ਦੱਸਿਆ ਕਿ ਪੈਨੀਟ੍ਰੇਟਿੰਗ ਰਡਾਰ ਨਾਲ ਫਿਰ 162 ਹਿਊਮਨ ਰਿਮੇਨਸ ਮਿਲੇ ਸੀਗੇ ਇਹਦੇ ਤੋਂ ਬਾਅਦ ਕੂਟਨੀ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ। ਤੇ ਹੁਣ ਇਹ ਸਾਰਾ ਕੁਝ ਜਿਹੜਾ ਇਸ ਵੇਲੇ ਅੱਜ 160 ਲਾਸ਼ਾਂ ਦਾ ਸਾਹਮਣੇ ਆਉਣਾ, ਲਾਸ਼ਾਂ ਦਾ ਭਾਵ ਕਿ ਇਸ ਥਾਂ ਦੇ ਉੱਤੇ ਜਿਹੜੀਆਂ ਕਬਰਾਂ ਨੇ ਜ਼ਮੀਨ ਦੇ ਥੱਲੇ, ਇਹ ਜਿਹੜੇ ਮੂਲ ਨਿਵਾਸੀ ਨੇ ਇਹ ਇੱਕ ਰਡਾਰ ਉਸ ਜ਼ਮੀਨ ਦੇ ਉੱਤੇ ਲਿਜਾ ਕੇ ਲੱਭਦੇ ਆ, ਜਿਹਦੇ ਨਾਲ ਇਹਨਾਂ ਨੂੰ ਪਤਾ ਲੱਗਦਾ ਕਿ ਇਸ ਥਾਂ ਦੇ ਉੱਤੇ ਬੱਚਿਆਂ ਨੂੰ ਕਿਸੇ ਵੇਲੇ ਦਫਨਾਇਆ ਗਿਆ ਸੀ। ਉਹ ਬੱਚੇ ਜਿਨ੍ਹਾਂ ਦੀ ਉਮਰ 3 ਸਾਲ ਤੱਕ ਸੀਗੀ। ਤੁਹਾਨੂੰ ਪਤਾ ਕਿ ਸਾਰੇ ਸਿਲਸਿਲੇ ਦੇ ਵਿੱਚ ਹੁਣ ਜਿਹੜੀ ਗੱਲਬਾਤ ਜ਼ੋਰ ਫੜ ਰਹੀ ਹੈ ਕਿ ਇਹਦੇ 'ਤੇ ਮੁਆਫੀ ਮੰਗੀ ਜਾਣੀ ਚਾਹੀਦੀ ਹੈ। ਟਰੁੱਥ ਤੇ ਰੀਕਨਸਾਈਲੇਸ਼ਨ ਕਮਿਸ਼ਨ 2015 ਦੇ ਵਿੱਚ ਜਦੋਂ ਸੀਗਾ, ਉਸ ਵੇਲੇ ਇਹਨਾਂ ਨੇ ਰੋਮਨ ਕੈਥੋਲਿਕ ਚਰਚ ਨੂੰ ਕਿਹਾ ਸੀ ਕਿ ਉਹ ਮਾਫੀ ਮੰਗਣ ਤੇ ਜਿਹੜੇ 1.5 ਲੱਖ ਦੇ ਕਰੀਬ ਫਸਟ ਨੇਸ਼ਨ ਦੇ ਬੱਚੇ ਇਹਨਾਂ ਸਕੂਲਾਂ ਦੇ ਵਿੱਚ ਲਿਆਂਦੇ ਗਏ ਸੀ, ਉਹਨਾਂ ਦੇ ਨਾਲ ਜੋ ਕੁਛ ਹੋਇਆ ਉਹਨਾਂ ਦੇ ਲਈ ਮਾਫੀ ਮੰਗੀ ਜਾਣੀ ਚਾਹੀਦੀ ਹੈ। ਮਾਫੀ ਨਹੀਂ ਮੰਗੀ ਗਈ ਕਿਉਂਕਿ ਮਾਫੀ ਮੰਗਣ ਦੇ ਨਾਲ ਹੋਰ ਵੀ ਬਹੁਤ ਕੁਝ ਜੁੜਿਆ ਆ ਕਿ ਮਾਫੀ ਮੰਗੀ ਜਾਂਦੀ ਹੈ, ਉਹਦੇ ਤੋਂ ਬਾਅਦ ਹੋਰ ਬੜਾ ਕੁਝ ਉਹਦੇ ਨਾਲ ਜੁੜਦਾ ਆ। ਇਹਨਾਂ ਦਾ ਇੱਕ ਕਲਚਰਲ ਜੈਨੋਸਾਈਡ ਹੋਇਆ, ਸੈਕਸ਼ੂਅਲੀ ਅਬਿਊਜ਼ ਕੀਤਾ ਗਿਆ ਇਹਨਾਂ ਲੋਕਾਂ ਨੂੰ, ਇਹਨਾਂ ਬੱਚਿਆਂ ਨੂੰ ਖਾਸ ਕਰਕੇ। ਔਰ ਉਹ ਬੱਚਿਆਂ ਦੀ ਜਿਹੜੀ ਗੱਲਬਾਤ ਆ ਹੁਣ ਲਗਾਤਾਰ ਸਾਹਮਣੇ ਆ ਰਹੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਲੱਗਦਾ ਹੈ ਕਿ ਇਹ ਸਿਲਸਿਲਾ ਇੱਥੇ ਰੁਕਣਾ ਨਹੀਂ। ਇਹਦੇ ਤੋਂ ਬਾਅਦ ਹੋਰ ਥਾਵਾਂ ਦੇ ਉੱਤੋਂ ਵੀ ਇਹ ਜਿਹੜੀਆਂ ਡੈੱਡ ਬੋਡੀਜ਼ ਇਹ ਮਿਲਣਗੀਆਂ, ਕਿਉਂਕਿ ਅਜੇ ਵੀ ਖੋਜ ਲਗਾਤਾਰ ਜਾਰੀ ਆ ਹੋਰ ਥਾਵਾਂ ਦੇ ਉੱਤੇ। ਖੋਜ ਦਾ ਮਤਲਬ ਇਹ ਆ ਕਿ ਇਹਨਾਂ ਲੋਕਾਂ ਨੂੰ ਪਤਾ ਆ ਕਿ ਇਸ ਥਾਂ ਦੇ ਉੱਤੇ ਬੱਚੇ ਸੀਗੇ, ਇਸ ਥਾਂ ਦੇ ਉੱਤੇ ਸਕੂਲ ਸੀਗੇ, ਉਹ ਸਕੂਲ ਦੇ ਵਿੱਚ ਖਾਣਾ ਪੀਣਾ ਠੀਕ ਨਹੀਂ ਸੀ, ਬਿਮਾਰੀ ਸੀਗੀ, ਕੁੱਟਦੇ ਮਾਰਦੇ ਸੀਗੇ, ਸੈਕਸ਼ੂਅਲੀ ਅਬਿਊਜ਼ ਕਰਦੇ ਸੀ ਤੇ ਉਹ ਬੱਚੇ ਜਿਹੜੇ ਸੀਗੇ ਉੱਥੇ ਮਾਰ ਦਿੱਤੇ ਗਏ ਜਾਂ ਮਰ ਗਏ। 1,50,000 ਇੰਡੀਜੀਨੀਅਸ ਬੱਚੇ ਪੂਰੇ ਕੈਨੇਡਾ ਦੇ ਵਿੱਚ। ਕੈਨੇਡਾ ਦੇ ਉੱਤੇ ਇੱਕ ਬਹੁਤ ਵੱਡਾ ਸਵਾਲ UN ਦੇ ਵਿੱਚ ਸਵਾਲ ਉੱਠ ਰਿਹਾ ਆ ਕਿ ਇਹਦੇ ਬਾਰੇ ਛਾਣਬੀਣ ਹੋਣੀ ਚਾਹੀਦੀ ਆ। ਅੰਤਰਰਾਸ਼ਟਰੀ ਭਾਈਚਾਰਾ ਇਹਦੇ ਬਾਰੇ ਗੱਲਬਾਤ ਕਰ ਰਿਹਾ ਕਿ ਇਹਦੇ ਬਾਰੇ ਕੁਛ ਨਾ ਕੁਛ ਪਤਾ ਲੱਗਣਾ ਚਾਹੀਦਾ ਕਿ ਇਹ ਹੈ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਇਹਦੇ ਉੱਤੇ ਕਿਹਾ ਕਿ ਇਹ ਇੱਕ ਬਹੁਤ ਦੁਖਦਾਇਕ ਘਟਨਾ ਹੈ। ਉਹਦੇ ਉੱਤੇ ਉਹਨੇ ਫਿਰ ਦੁੱਖ ਪ੍ਰਗਟ ਕੀਤਾ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਖਬਰਾਂ ਇਸ ਸੰਬੰਧ ਦੇ ਵਿੱਚ ਸਾਹਮਣੇ ਆਉਣਗੀਆਂ, ਪਰ ਇਹ ਕੈਨੇਡਾ ਦੇ ਇਤਿਹਾਸ ਦਾ ਇੱਕ ਬਹੁਤ ਕਾਲਾ ਸਿਆਹ ਪੰਨਾ, ਕਾਲੀ ਸਿਆਹ ਕਿਤਾਬ ਜਿਹਦੇ ਇੱਕ ਵਰਕੇ ਖੁੱਲ੍ਹ ਰਹੇ ਆ। ਤੇ ਇਸ ਗੱਲ ਨੂੰ ਸ਼ਾਇਦ ਸਾਨੂੰ ਇੱਕ ਖਬਰ ਲੱਗਦੀ ਹੈ ਕਿ ਇੱਕ ਦਿਨ 215 ਫਿਰ ਕੁਛ ਤੇ ਫਿਰ ਅੱਜ 160 ਇਹ ਲਾਸ਼ਾਂ 1000 ਤੋਂ ਉੱਤੇ ਪਹਿਲਾਂ ਆ ਚੁੱਕੀਆਂ ਤੇ ਅੱਜ 160 ਹੋਰ ਜੁੜ ਗਈਆਂ। ਇਹ ਸ਼ਾਇਦ ਇੱਕ ਨੰਬਰ ਆ, ਪਰ ਜਿਨ੍ਹਾਂ ਲੋਕਾਂ ਦੇ ਨਾਲ ਇਹ ਸਾਰਾ ਕੁਝ ਹੋਇਆ, ਜਿਨ੍ਹਾਂ ਲੋਕਾਂ ਦੇ ਨਾਲ ਇਹ ਸਾਰਾ ਕੁਝ ਵਾਪਰਿਆ, ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖਣਾ ਚਾਹੀਦਾ ਕਿ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤ ਰਹੀ ਆ। ਤੇ ਅੱਜ ਘੱਟੋ ਘੱਟ ਇਹਨਾਂ ਗੱਲਾਂ ਬਾਤਾਂ ਬਾਰੇ, ਇਸ ਖਬਰ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਜ਼ਰੂਰ ਹੋਣਾ ਚਾਹੀਦਾ, ਸਾਨੂੰ ਸਾਰਿਆਂ ਨੂੰ ਦੁੱਖ ਵੀ ਹੋਣਾ ਚਾਹੀਦਾ ਤੇ ਸਾਡੀ ਅੱਖ ਦੇ ਵਿੱਚ ਹੰਝੂ ਵੀ ਇਸ 160 ਅਨਮਾਰਕਡ ਗ੍ਰੇਵਸ ਮਿਲਣ ਦੇ ਉੱਤੇ ਜ਼ਰੂਰ ਹੋਣਾ ਚਾਹੀਦਾ। ਬੁਲੇਟਿਨ ਦੇ ਅਖੀਰ ਦੇ ਵਿੱਚ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੋ ਖਬਰਾਂ ਨੇ ਐਡਮਿੰਟਨ ਸ਼ਹਿਰ ਤੋਂ। ਇੱਕ ਖਬਰ ਤਾਂ ਜਿਵੇਂ ਤੁਹਾਡੇ ਨਾਲ ਕੱਲ੍ਹ ਇੱਕ ਸਾਂਝੀ ਕੀਤੀ ਸੀਗੀ ਕਿ ਅਲਬਰਟਾ ਦੀ ਜਿਹੜੀ UCP ਸਰਕਾਰ ਹੈ ਜੀ, ਉਹ ਇੱਕ ਵਾਰ ਫਿਰ ਜਿਹੜੀਆਂ ਨਰਸਜ਼ ਆ ਉਹਨਾਂ ਦੇ ਨਾਲ ਉਹਨਾਂ ਨੇ ਫਾਈਟ ਪਿਕ ਕੀਤੀ ਆ, ਔਰ ਉਹ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਲਈ ਮਹਿੰਗੀ ਪਵੇ, ਕਿਉਂਕਿ ਬਹੁਤ ਸਾਰੇ ਅਲਬਰਟਨਸ ਜਿਹੜੇ ਆ ਇਸ ਵੇਲੇ ਨਰਸਜ਼ ਦੇ ਰੋਲ ਨੂੰ ਸਮਝਦੇ ਨੇ। ਗੱਲ ਇੱਦਾਂ ਜੀ, ਦੇਖੋ ਕਹਿੰਦੇ ਵੀ ਜੇ ਨਾ ਕਿਤੇ ਲੜਾਈ ਹੁੰਦੀ ਹੋਵੇ ਅਤੇ ਜਦੋਂ ਯੋਧੇ ਲੜ ਕੇ ਘਰ ਨੂੰ ਮੁੜਦੇ ਆ ਅਤੇ ਅਕਸਰ ਉਹਨਾਂ ਦਾ ਸਵਾਗਤ ਕੀਤਾ ਜਾਂਦਾ, ਉਹਨਾਂ ਦੇ ਫੁੱਲ ਬਰਸਾਏ ਜਾਂਦੇ ਆ, ਉਹਨਾਂ ਦੀ ਸ਼ਲਾਘਾ ਕੀਤੀ ਜਾਂਦੀ ਆ। ਪਰ ਉਹ ਗੱਲ ਇਹ ਆ ਜੀ ਵੀ ਜਿਹੜੇ ਉਹ ਯੋਧੇ ਹੁੰਦੇ ਉਹ ਮਰਦ ਹੁੰਦੇ ਨੇ ਅਕਸਰ। ਇਹ ਜਿਹੜਾ ਪੈਂਡੈਮਿਕ ਦੇ ਵਿੱਚ ਯੁੱਧ ਕੀਤਾ ਉਹ ਕੀਤਾ ਨਰਸਜ਼ ਨੇ, ਅਤੇ ਉਹ ਤਕਰੀਬਨ ਬਹੁਤ ਜ਼ਿਆਦਾ ਗਿਣਤੀ ਜਿਹੜੀ ਹੈ ਜੀ ਉਹ ਔਰਤਾਂ ਦੀ ਆ। ਅਲਬਰਟਾ ਦੇ ਵਿੱਚ ਜਿਹੜੇ ਹੈਲਥ ਕੇਅਰ ਦੇ ਵਿੱਚ ਕੰਮ ਕਰਦੇ ਜੀ, ਉਹ 90% ਯੂਨੀਅਨਾਈਜ਼ਡ ਵਰਕਰ ਨੇ ਅਤੇ ਮੈਜੋਰਿਟੀ ਉਹਨਾਂ ਦੇ ਵਿੱਚ ਔਰਤਾਂ ਆ। ਅਤੇ UCP ਪਾਰਟੀ ਵੱਲੋਂ ਉਹਨਾਂ ਔਰਤਾਂ ਦੀ ਜਿਹੜਾ ਕੰਮਕਾਰ ਆ ਜੀ, ਉਹਦੀ ਉਨੀ ਵੈਲਿਊ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ, ਜਿਹੜੀ ਵਜ੍ਹਾ ਆ ਕਿ ਸਰਕਾਰ ਨੇ ਜਿਹੜੀਆਂ ਆਪਣੇ ਵੱਲੋਂ 2 ਪਹਿਲਾਂ ਸਟੱਡੀਜ਼ ਕਰਵਾਈਆਂ ਜੀ, ਉਹਦੇ ਵਿੱਚ ਉਹ ਕਹਿੰਦੇ ਵੀ ਬਹੁਤ ਸਾਰਾ ਜਿਹੜਾ ਬਜਟ ਦਾ ਹਿੱਸਾ ਆ ਉਹ ਹੈਲਥ ਕੇਅਰ ਦੇ ਵਿੱਚ ਜਾਂਦਾ। ਔਰ ਦੂਸਰੀ ਗੱਲ ਉਹਦੇ 'ਚ ਜਿਹੜੀ ਆਉਂਦੀ ਹੈ ਸਭ ਤੋਂ ਵੱਡੀ, ਉਹ ਕਹਿੰਦੇ ਵੀ ਜਿਹੜੀਆਂ ਵੇਜਸ ਨੇ ਨਰਸਜ਼ ਦੀਆਂ ਤਨਖਾਹਾਂ ਬਾਕੀ ਦੇਸ਼ ਦੇ ਸੂਬਿਆਂ ਨਾਲੋਂ 6% ਉਹ ਕਹਿੰਦੇ ਜੀ ਜ਼ਿਆਦਾ ਆ। ਸੋ ਇਸ ਕਰਕੇ ਸਰਕਾਰ ਕਹਿ ਰਹੀ ਆ 3% ਵੇਜ ਕੱਟ ਕੀਤਾ ਜਾਏ ਤਾਂ ਕਿ ਉਹ ਜਿਹੜਾ ਬਜਟ ਆ ਉਹਨੂੰ ਥੋੜ੍ਹਾ ਜਿਹੜਾ ਡੈਫੀਸਿਟ ਆ ਉਹਨੂੰ ਘਟਾਇਆ ਜਾ ਸਕੇ। ਹੁਣ ਗੱਲ ਇਹ ਆ ਜੀ ਵੀ ਦੇਖੋ, ਜਦੋਂ ਜਿਹੜਾ ਪੈਂਡੈਮਿਕ ਚੱਲ ਰਿਹਾ ਸੀ ਉਹਨਾਂ ਨੇ ਬਹੁਤ ਵਧੀਆ ਕੰਮਕਾਰ ਕੀਤਾ, ਬੜੀਆਂ ਐਗਜ਼ਾਸਟ ਹੋ ਕੇ ਕੰਮ ਕੀਤਾ, ਓਵਰ ਟਾਈਮ ਕੀਤਾ ਤਾਂ ਕਿ ਲੋਕਾਂ ਦੀ ਸਿਹਤ ਜਿਹੜੀ ਆ ਉਹਦਾ ਬਚਾਅ ਕੀਤਾ ਜਾ ਸਕੇ। ਹਾਲਾਂਕਿ ਉਹਨਾਂ ਨੇ ਆਪਣੇ ਪਰਿਵਾਰ ਜਿਹੜੇ ਆ ਉਹਨਾਂ ਦੀ ਦੇਖਭਾਲ ਪਿੱਛੇ ਪਾਈ, ਪਰ ਇਸ ਸਿਸਟਮ ਨੂੰ ਬਣਾਈ ਰੱਖਿਆ। ਆਪਾਂ ਦੇਖ ਰਹੇ ਹਾਂ ਪਿਛਲੇ ਕੁਝ ਸਮੇਂ ਤੋਂ ਜਦੋਂ ਆ ਹੁਣ ਹੀਟ ਵੇਵ ਚੱਲੀ ਆ, ਉਹਦੇ ਵਿੱਚ BC ਦੇ ਵਿੱਚ 700 ਤੋਂ ਜ਼ਿਆਦਾ ਵਿਅਕਤੀ ਜਿਹੜੇ ਨੇ ਉਹ ਹੀਟ ਕਾਰਨ ਹੀ ਮਰ ਗਏ। ਕਿਹਾ ਜਾ ਰਿਹਾ ਹੈ ਵੀ ਜੇ ਸਾਡੇ ਪਾਸ ਵਧੀਆ ਇਹ ਪਬਲਿਕ ਹੈਲਥ ਸਿਸਟਮ ਨਾ ਹੋਵੇ ਤਾਂ ਉਹ ਮੁਸੀਬਤਾਂ ਕਿਤੇ ਵੀ ਪੈ ਸਕਦੀਆਂ ਨੇ, ਚਾਹੇ ਉਹ ਪੈਂਡੈਮਿਕ ਦੇ ਦੌਰਾਨ ਆਪਾਂ ਹੋਰ ਦੇਸ਼ਾਂ ਨੂੰ ਦੇਖ ਲਈਏ, ਜੇ ਆਪਣੇ ਪਾਸ ਕੋਈ ਸਿਸਟਮ ਸੀ ਅਤੇ ਬਚਾਅ ਹੋਇਆ। ਔਰ ਇਸੇ ਤਰ੍ਹਾਂ ਹੀ ਉਹ ਕਹਿੰਦੇ ਵੀ ਗਾਹਾਂ ਨੂੰ ਵੀ ਇਹ ਸਿਸਟਮ ਵਰਕ ਕਰਦਾ ਹੀ ਸਾਡੇ ਕੋਲ ਹੋਵੇਗਾ ਅਤੇ ਤਦੇ ਹੀ ਬਿਹਤਰੀ ਆ, ਰਾਦਰ ਦੈਨ ਕਿ ਅਸੀਂ ਉਹ ਲੋਕ ਜਿਹੜੇ ਉੱਥੇ ਕੰਮ ਕਰਦੇ ਆ ਉਹਨਾਂ ਦੀਆਂ ਤਨਖਾਹਾਂ ਘੱਟ ਕਰੀਏ। ਸੋ ਇਹ ਗੱਲ ਜਿਹੜੇ ਜੀ ਇੱਥੇ ਬਹੁਤ ਸਾਰੇ ਮਾਹਰ ਨੇ ਉਹਨਾਂ ਦਾ ਕਹਿਣਾ ਆ ਕਿ ਜੇਸਨ ਕੈਨੀ ਹੋਰੀ ਜਿਹੜੇ ਤੁਲੇ ਹੋਏ ਨੇ ਇਸ ਗੱਲ 'ਤੇ ਵੀ ਬਜਟ ਜਿਹੜਾ ਇਨ ਲਾਈਨ ਲਿਆਉਣਾ ਆ, ਉਹਦੇ ਲਈ ਇਹ ਕੰਮ ਕੀਤਾ ਜਾ ਰਿਹਾ ਔਰ ਆਪਣੇ ਬੇਸ ਨੂੰ ਉਹ ਕੇਟਰ ਕਰ ਰਹੇ ਨੇ। ਵੈਸੇ ਤੁਹਾਨੂੰ ਪਤਾ ਵੀ ਸਾਰੇ ਪਾਸੇ ਔਰਤ ਦੇ ਕੰਮਕਾਰ ਦੀ ਗੱਲ ਕਹੀ ਤਾਂ ਜਾਂਦੀ ਆ ਜੀ, ਉਹਨੂੰ ਵੈਲਿਊ ਕਰਨਾ ਚਾਹੀਦਾ। ਆਪਣੇ ਭਾਈਚਾਰੇ ਦੇ ਵਿੱਚ ਵੀ ਅਕਸਰ ਇਹ ਗੱਲ ਹੁੰਦੀ ਆ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਵਾਲੀ ਗੱਲ ਸੁਣਾ ਦਿੰਦੇ ਵੀ ਗੁਰੂ ਸਾਹਿਬ ਨੇ ਆਹ ਗੱਲ ਕਹੀ ਸੀਗੀ। ਪਰ ਜਦੋਂ ਆਪਾਂ ਇਸ ਤਰ੍ਹਾਂ ਦੇ ਕੰਮਾਂ ਕਾਰਾਂ ਦੇ ਵਿੱਚ ਤਨਖਾਹਾਂ ਦੇ ਵਿੱਚ ਪੈਰਿਟੀ ਦੀ ਗੱਲ ਆਉਂਦੀ ਆ ਅਤੇ ਉੱਥੇ ਔਰਤਾਂ ਪਿੱਛੇ ਰਹਿ ਜਾਂਦੀਆਂ ਨੇ। ਸੋ ਇਹ ਗੱਲਬਾਤ ਜੀ ਇੱਕ ਤਾਂ ਅਲਬਰਟਾ ਦੇ ਵਿੱਚ ਚੱਲ ਰਹੀ ਹੈ। ਔਰ ਦੂਸਰੀ ਖਬਰ ਇਹ ਆ ਰਹੀ ਆ ਕਿ ਜਿਹੜੀ ਸ਼ੈੱਲ ਕੰਪਨੀ ਆ ਨਾ, ਆਇਲ ਕੰਪਨੀ, ਉਹਨਾਂ ਨੇ ਅੱਜ ਅਨਾਊਂਸ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੀ ਉਹ ਇੱਕ ਕਾਰਬਨ ਕੈਪਚਰ ਪਲਾਂਟ ਜਿਹੜਾ ਆ ਉਹ ਲਾਉਣ ਜਾ ਰਹੇ ਨੇ ਅਲਬਰਟਾ ਦੇ ਵਿੱਚ। ਸਕਾਟਫੋਰਡ ਕੰਪਲੈਕਸ ਉਹਦਾ ਨਾਂ ਆ, ਐਡਮਿੰਟਨ ਦੇ ਨੇੜੇ ਹੀ ਹੈ। ਔਰ ਉਹ ਉਹਨਾਂ ਦੀ ਸਟ੍ਰੈਟਜੀ ਹੈਗੀ ਹੈ ਜੀ ਵੀ ਤਾਂ ਕਿ 2050 ਤੱਕ ਐਮਿਸ਼ਨ ਫਰੀ ਗੱਲਬਾਤ ਜਿਹੜੀ ਆ ਸੂਬੇ ਦੇ ਵਿੱਚ ਹੋ ਸਕੇ। ਸੂਬੇ ਕੀ ਜੀ, ਜਿਹੜਾ ਮਤਲਬ ਫੈਡਰਲ ਸਰਕਾਰ ਵੱਲੋਂ ਮਿਥਿਆ ਗਿਆ ਨਿਸ਼ਾਨਾ ਕਿ 2050 ਤੱਕ ਜ਼ੀਰੋ ਐਮਿਸ਼ਨ ਹੋਣਾ ਚਾਹੀਦਾ ਕਾਰਬਨ ਦਾ, ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਉਹਨਾਂ ਨੇ ਇਹ ਕਿਹਾ ਜੀ ਵੀ ਉਹ ਇੱਥੇ ਪਲਾਂਟ ਲਾਇਆ ਜਾਏਗਾ ਜਿਹਦੇ 'ਚ ਕਾਰਬਨ ਡਾਈਆਕਸਾਈਡ ਜਿਹੜੀ ਆ ਉਹਨੂੰ ਕੈਪਚਰ ਕਰਕੇ ਸਟੋਰ ਕੀਤਾ ਜਾਏਗਾ ਅਤੇ ਬਾਕੀ ਜਿਹੜੇ ਉਹਨਾਂ ਦੇ ਬਾਅਦ ਦੇ ਵਿੱਚ ਕੁਝ ਪ੍ਰੋਸੈਸਿਸ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਉਹ ਕਾਰਬਨ ਜਿਹੜੀ ਆ ਵਰਤੀ ਜਾ ਸਕੇਗੀ। ਔਰ ਇਹਦਾ ਕੰਮਕਾਰ ਹਜੇ ਇੱਕਦਮ ਨਹੀਂ ਸ਼ੁਰੂ ਹੋਣਾ, ਥੋੜ੍ਹਾ ਸਮਾਂ ਜ਼ਰੂਰ ਲੱਗੇਗਾ। ਪਰ ਜਿਹੜਾ ਇਹ ਸ਼ੈੱਲ ਕੰਪਨੀ ਹੈਗੀ ਹੈ ਜੀ,
ਉਹਨਾਂ ਵੱਲੋਂ ਇਹ ਉਪਰਾਲੇ ਆਰੰਭੇ ਹੋਏ ਨੇ। ਪਹਿਲਾਂ ਵੀ ਉਹਨਾਂ ਦਾ ਪਲਾਂਟ, ਇਹ ਉਹਨਾਂ ਦਾ ਦੂਸਰਾ ਪਲਾਂਟ ਜਿਹੜਾ ਆ ਇੱਥੇ ਹੁਣ ਲੱਗਣ ਜਾ ਰਿਹਾ। ਔਰ ਉਹ ਕਹਿੰਦੇ ਜੀ ਵੀ ਇਹ ਜਿਹੜਾ ਸਕਾਟਫੋਰਡ ਲੋਕੇਸ਼ਨ ਹੈਗੀ ਆ, ਇਹ ਇੱਕ ਕਿਸਮ ਦੀ ਦੁਨੀਆ ਭਰ ਦੇ ਵਿੱਚ ਇੱਕ ਨਵੀਂ ਐਗਜ਼ਾਮਪਲ ਕਾਇਮ ਹੋਏਗੀ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।